ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 16 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ, ਟੋਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ, ਕੁਲਵਿੰਦਰ ਸਿੰਘ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਤੇ ਪਰਿਵਾਰ ਐਲਗਰੋਵ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੈਂਟਿਕਾ, ਵਿਸਲਾ ਪਰਿਵਾਰ ਫ੍ਰੈਜ਼ਨੋ ਤੇ ਕੁਲਦੀਪ ਸਿੰਘ ਸੰਘਾ ਤੇ ਧਰਮ ਸਿੰਘ ਸੰਘਾ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਅੱਜ ਖਬਰਾਂ ਵੱਲ ਚੱਲੀਏ ਤੇ ਸਿਆਰਾ ਨੇਵਾਡਾ ਦੇ ਵਿੱਚ ਕਹਿੰਦੇ ਵੀ ਸਨੋ ਪੈ ਸਕਦੀ ਹੈਗੀ ਇਸ ਹਫ਼ਤੇ। 20 ਸਾਲਾਂ ਦੇ ਇਤਿਹਾਸ ਦੇ ਵਿੱਚ ਇੰਨੀ ਅਰਲੀ ਜਿਹੜਾ ਆ ਉਹ ਸਨੋ ਪੈਣੀ ਆ, ਜੋ ਵੈਦਰ ਐਡਵਾਈਜ਼ਰੀ ਜਾਰੀ ਕੀਤੀ ਗਈ ਹੈਗੀ ਆ। ਸਿਆਰਾ ਨੇਵਾਡਾ ਦੀਆਂ ਪਹਾੜੀਆਂ ਜੋ 8000 ਫੁੱਟ ਤੋਂ ਉੱਚੇ ਹੈਗੀਆਂ, ਉੱਥੇ 35% ਤੋਂ ਲੈ ਕੇ 65% ਤੱਕ 2 ਇੰਚ ਸਨੋ ਪੈਣ ਦੇ ਪੂਰੇ ਚਾਂਸ ਬਣੇ ਹੋਏ ਹੈਗੇ ਆ। ਕੱਲਾ ਕਹਿੰਦੇ ਹੁਣ ਨਹੀਂ, ਇਸ ਵੀਕ ਦੇ ਐਂਡ ਤੱਕ ਵੀ ਦੂਸਰੀ ਵਾਰੀ ਫੇਰ ਸਨੋ ਇਹਨਾਂ ਪਹਾੜੀਆਂ 'ਚ ਪਊਗੀ। ਇਸ ਤੋਂ ਬਿਨਾਂ ਸਨਮੇਕਿਨ ਵੈਲੀ ਦੇ ਵਿੱਚ ਸਟਾਕਟਨ ਵਾਲਾ ਜੋ ਏਰੀਆ ਆ, ਉੱਥੇ ਮੀਂਹ ਪਊਗਾ। ਬੇ ਏਰੀਏ ਦੀਆਂ ਜਿੰਨੀਆਂ ਕਾਉਂਟੀਜ਼ ਹੈਗੀਆਂ, ਸੈਨ ਫਰਾਂਸਿਸਕੋ, ਸੈਨ ਮਟੇਓ, ਮਰੀਨ, ਇੱਥੇ ਵਿੰਡ ਐਡਵਾਈਜ਼ਰੀ ਜਿਹੜੀ ਆ ਉਹ ਜਾਰੀ ਕੀਤੀ ਗਈ ਹੈਗੀ ਆ। ਕੈਲੀਫੋਰਨੀਆ ਦਾ ਜਿਹੜਾ ਸਟੇਟ ਰੋਡ 120 ਆ, ਜੋ ਟਿਓਗਾ ਪਾਸ ਦੇ ਵਿੱਚੋਂ ਲੰਘਦਾ ਹੈਗਾ, ਯੋਸੀਮਿਟੀ ਨੈਸ਼ਨਲ ਪਾਰਕ ਨੂੰ ਜਦੋਂ ਜਾਂਦੇ ਆ, ਤੇ ਉੱਥੇ ਵੀ ਜਿਹੜੀ 40% ਚਾਂਸ ਆ ਵੀ 3 ਇੰਚ ਤੋਂ ਵੱਧ ਜਿਹੜੀ ਸਨੋ ਆ ਉਹ ਪਊਗੀ। ਸੋ ਸਿਆਰਾ ਨੇਵਾਡਾ ਦੇ ਵਿੱਚ, ਯੋਸੀਮਿਟੀ ਨੈਸ਼ਨਲ ਪਾਰਕ ਦੇ ਵਿੱਚ ਇੰਨੀ ਅਰਲੀ ਜਿਹੜੀ ਆ ਸਨੋ ਪੈਣ ਜਾ ਰਹੀ ਆ। ਪਰ ਇਹਦੇ ਨਾਲ ਕਹਿੰਦੇ ਕੈਲੀਫੋਰਨੀਆ ਦੀਆਂ ਜਿੱਥੇ ਅੱਗਾਂ ਲੱਗੀਆਂ ਆ ਉਹਨਾਂ ਨੂੰ ਕੋਈ ਅਸਰ ਨਹੀਂ ਪਊਗਾ। ਹਾਲਾਂਕਿ ਕੁਛ ਕੁ ਜਿਹੜਾ ਆ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈਗੀ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਜਿਹੜੇ ਇਲੀਗਲ ਇਮੀਗ੍ਰੇਸ਼ਨ ਦਾ ਮੁੱਦਾ US ਦੇ ਵਿੱਚ ਇਸ ਟਾਈਮ ਇਲੈਕਸ਼ਨਸ ਦੇ ਵਿੱਚ ਵੀ ਬਹੁਤ ਵੱਡਾ ਮੁੱਦਾ ਬਣਿਆ ਹੋਇਆ। ਪਰ ਇਹਦੇ ਇਸ ਮੁੱਦੇ ਦੀ ਆੜ ਦੇ ਵਿੱਚ ਬਥੇਰੇ ਲੋਕ ਅਜਿਹੇ ਨੇ ਜਿਹੜੇ ਗੈਰ ਕਾਨੂੰਨੀ ਕੰਮ ਕਰਦੇ ਨੇ ਤੇ ਪ੍ਰਵਾਸੀਆਂ ਤੋਂ ਵੀ ਜਿਹੜਾ ਪੈਸਾ ਉਹ ਉਗਰਾਉਂਦੇ ਨੇ, ਜਿਹੜੇ ਕਿ ਮੈਕਸੀਕੋ ਦੇ ਰਸਤੇ ਰਾਹੀਂ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੇ। ਹੁਣ US ਸਟੇਟ ਡਿਪਾਰਟਮੈਂਟ, ਜਿਹੜਾ ਯੂਨਾਈਟਿਡ ਸਟੇਟਸ ਡਿਪਾਰਟਮੈਂਟ ਆਫ ਜਸਟਿਸ, ਉਹਦੇ ਹਵਾਲੇ ਦੇ ਨਾਲ ਇੱਕ ਖਬਰ ਆ ਰਹੀ ਹੈ ਕਿ ਇੱਕ ਬੰਦਾ ਜਿਹੜਾ ਕਿ ਜਿਹਦਾ ਨਾਮ ਦੱਸਿਆ ਗਿਆ ਡਾਰਵਿਨ ਜਿਨੋਵੇ ਪਾਲਵਾ ਪੈਸਟਰਾਨਾ, ਇਹ ਬੰਦਾ ਜਿਹੜਾ ਉਹ ਇਮੀਗ੍ਰੇਸ਼ਨ ਮੈਕਸੀਕੋ ਤੋਂ ਜਿਹੜੇ ਬੰਦੇ ਗੈਰ ਕਾਨੂੰਨੀ ਢੰਗ ਦੇ ਨਾਲ US ਦਾਖਲ ਹੁੰਦੇ ਸੀਗੇ ਉਹਨਾਂ ਨੂੰ ਅਗਵਾ ਕਰ ਲੈਂਦਾ ਸੀਗਾ ਤੇ ਫਿਰ ਉਹਨਾਂ ਦੀਆਂ ਫੈਮਲੀਜ਼ ਤੋਂ, ਉਹਨਾਂ ਦੇ ਪਰਿਵਾਰਾਂ ਤੋਂ ਪੈਸਾ ਉਗਰਾਉਂਦਾ ਸੀਗਾ। ਇਹ ਦੱਸਿਆ ਗਿਆ ਹੌਂਡਰੂਸ ਦਾ ਰਹਿਣ ਵਾਲਾ ਸੀਗਾ ਤੇ ਇਸ ਨੇ ਪਿਛਲੇ ਦਿਨੀ ਗੁਆਟੇਮਾਲਾ ਦੇ ਨਾਲ ਤਾਲੁਕਾਤ ਰੱਖਦੇ ਕਈ ਜਿਹੜੇ ਇਮੀਗ੍ਰੈਂਟ ਸੀਗੇ ਉਹਨਾਂ ਨੂੰ ਅਗਵਾ ਕਰ ਲਿਆ ਸੀਗਾ। ਦੱਸਿਆ ਜਾ ਰਿਹਾ ਕਿ ਜਿਹੜਾ US ਡਿਪਾਰਟਮੈਂਟ ਆਫ ਜਸਟਿਸ ਹੈ ਉਹਨੇ ਜਿਹੜੀ ਜਾਣਕਾਰੀ ਨਸ਼ਰ ਕੀਤੀ ਹੈ, ਉਸ ਮਾਮਲੇ ਦੇ ਵਿੱਚ ਇਹਨੇ ਉਹਨਾਂ ਨੂੰ ਅਗਵਾ ਕਰਕੇ ਬਹੁਤ ਸਾਰੇ ਲੋਕਾਂ ਨੂੰ ਕਿ ਮੈਂ ਤੁਹਾਨੂੰ US ਦੇ ਵਿੱਚ ਐਂਟਰ ਨਹੀਂ ਹੋਣ ਦਿਆਂਗਾ, ਪਹਿਲਾਂ ਮੈਨੂੰ ਪੈਸੇ ਦਿਓ ਤੁਸੀਂ। $1500 ਇੱਕ ਜਾਣੇ ਤੋਂ ਇਹਨੇ ਉਗਰਾਹੇ ਆ ਗਲਤ ਤਰੀਕੇ ਦੇ ਨਾਲ। ਤੇ ਦੱਸਿਆ ਗਿਆ ਕਿ US ਦੇ ਵਿੱਚ ਜਿਹੜੇ ਵੜਨ ਦੇ ਚਾਹਵਾਨ ਆ ਪ੍ਰਵਾਸੀ, ਉਹਨਾਂ ਤੋਂ ਚਾਹੇ ਉਹ ਫਿਨਿਕਸ ਦੇ ਇਲਾਕੇ ਹੋਣ, ਚਾਹੇ ਐਲ ਪਾਸੋ ਦੇ, ਟੈਕਸਸ ਦੇ ਜਾਂ ਐਲਬਰਕੀਕ ਦੇ ਇਲਾਕਿਆਂ ਦੇ ਵਿੱਚ, ਜਾਂ ਨਿਊ ਮੈਕਸੀਕੋ, ਉੱਥੇ ਇਹਨੇ ਮਾਈਗ੍ਰੈਂਟਸ ਤੋਂ ਜਿਹੜੇ ਕਈਆਂ ਤੋਂ ਫੋਨ ਖੋਲੇ ਤੇ ਉਸ ਤੋਂ ਬਾਅਦ ਉਹਨੇ ਉਹਨਾਂ ਨੂੰ ਫੋਨ ਵਾਪਸ ਨਹੀਂ ਦਿੱਤੇ। ਇਹਦਾ ਜਿਹੜਾ ਇੱਕ ਹੋਰ ਜਿਹੜਾ ਗੈਂਗ ਆ ਉਹਦੇ ਤੋਂ ਵੀ ਇੱਕ ਬੰਦਾ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਸੀਗਾ ਲੰਘੇ ਦਿਨ, ਐਡੂਆਰ ਇਸਰਾਇਲ ਸੌਸਾ ਨੋਨ ਐਜ਼, ਜਿਹੜਾ ਕਿ ਰਹਿਣ ਵਾਲਾ ਗੁਆਟੇਮਾਲਾ ਦਾ,
ਉਹਨਾਂ ਤੋਂ ਇਸ ਗੈਂਗ ਨੇ ਪੈਸੇ ਜਿਹੜੇ ਆ ਉਗਰਾਏ ਸੀਗੇ ਤੇ ਉਸ ਤੋਂ ਬਾਅਦ ਐਲਏ ਦੇ ਇਲਾਕਿਆਂ ਦੇ ਵਿੱਚ ਉਹਨਾਂ ਨੂੰ ਛੱਡ ਦਿੱਤਾ ਸੀਗਾ। ਇਹਨਾਂ ਬੰਦਿਆਂ ਦਾ ਜਿਹੜਾ ਗੈਂਗ ਆ ਉਹ ਅਮਰੀਕਾ ਦੇ ਵਿੱਚ ਵੀ ਐਕਟਿਵ ਹੈ ਤੇ ਜੇਕਰ ਕੋਈ ਬੰਦਾ ਪੈਸੇ ਨਹੀਂ ਦਿੰਦਾ ਜਾਂ ਕਿਸੇ ਤਰ੍ਹਾਂ ਦੇ ਤਰੀਕੇ ਦੇ ਨਾਲ ਇਹਨਾਂ ਦੇ ਚੁੰਗਲ ਚੋਂ ਬਚ ਜਾਂਦਾ ਤਾਂ ਬਾਅਦ ਦੇ ਵਿੱਚ ਉਹ ਐਲਏ ਦੇ ਇਲਾਕਿਆਂ ਦੇ ਵਿੱਚ ਪਿੱਛਾ ਵੀ ਕਰਦੇ ਨੇ ਤੇ ਉਹਨਾਂ ਨੂੰ ਫਿਰ ਤੋਂ ਜਿਹੜਾ ਅਗਵਾ ਕਰ ਲੈਂਦੇ ਨੇ। ਹੁਣ ਇਹਨੂੰ ਜਿਹੜਾ ਅਪ੍ਰੈਲ 1 ਦੇ ਵਿੱਚ ਮਾਮਲਾ ਸਾਹਮਣੇ ਆਇਆ ਸੀਗਾ ਕਿ ਉਹਨੂੰ ਇਹਨਾਂ ਨੇ ਜਿਹੜਾ ਐਡੂਆਰ ਇਜ਼ਰਾਈਲ ਆ ਉਹਨੂੰ ਦੱਸਿਆ ਗਿਆ ਸੀ ਐਸਆਰ ਹੈ, ਉਹਨੂੰ ਕਿਹਾ ਗਿਆ ਸੀਗਾ ਕਿ ਤੂੰ ਆਪਣੀ ਫੈਮਿਲੀ ਨੂੰ ਕੰਟੈਕਟ ਕਰ ਤੇ ਸਾਨੂੰ $1500 ਦੇ। ਇਸ ਬੰਦੇ ਦਾ ਕਹਿਣਾ ਇਹ ਹੈ ਕਿ ਇਸ ਗੈਂਗ ਨੇ ਕਈ ਜਾਣੇ ਅਜਿਹੇ ਨੇ ਜਿਨ੍ਹਾਂ ਤੋਂ $1500 ਉਗਰਾਹੇ ਨੇ, ਕਈਆਂ ਤੋਂ ਫੋਨ ਨੇ ਤੇ ਕਈ ਬੰਦੇ ਹਾਲੇ ਵੀ ਉਹਨਾਂ ਦੇ ਕਬਜ਼ੇ ਦੇ ਵਿੱਚ ਨੇ। ਹੁਣ ਦੱਸਿਆ ਜਾ ਰਿਹਾ ਹੈ ਕਿ ਹੋਰ ਵੀ ਜਿਹੜੇ ਜਿੱਥੇ 57 ਮਾਈਗ੍ਰੈਂਟ ਫੈਡਰਲ ਅਫੀਸ਼ੀਅਲਸ ਨੇ ਲੱਭੇ ਸੀਗੇ ਮਈ 21 ਦੀ ਗੱਲ ਹੈ ਇਸੇ ਸਾਲ ਦੀ, ਉਹ ਵੀ ਉਸ ਮਾਮਲੇ ਦੇ ਤੰਦ ਵੀ ਇਸ ਬੰਦੇ ਦੇ ਨਾਲ ਜਾ ਜੁੜਦੇ ਨੇ। ਹੁਣ ਤੁਸੀਂ ਦੇਖੋ ਵੀ ਇੱਕ ਮੁਲਕ ਆ ਉਹ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਇੱਥੇ ਜਿਹੜੇ ਲੰਘ ਆਉਂਦੇ ਨੇ, ਕੈਲੀਫੋਰਨੀਆ ਵਰਗੇ ਸੂਬੇ ਤਾਂ ਬਹੁਤ ਸਾਰੀਆਂ ਸਹੂਲਤਾਂ ਦੇ ਰਹੇ ਨੇ, ਅਮਰੀਕਾ ਅਪਣਾ ਦੇ ਰਿਹਾ, ਪਰ ਦੂਜੇ ਪਾਸੇ ਉਹਦੀ ਆੜ ਦੇ ਵਿੱਚ ਕਿੰਨੇ ਗੈਂਗ ਨੇ ਜਿਹੜੇ ਕਿ ਅਮਰੀਕਾ ਦੇ ਵਿੱਚ ਵੜਨ ਤੋਂ ਪਹਿਲਾਂ ਵੀ ਜੇਬ ਲੁੱਟਦੇ ਨੇ ਤੇ ਸਰੀਰਕ ਤੌਰ ਤੇ ਸ਼ੋਸ਼ਣ ਕਰਦੇ ਨੇ। 9290 ਕੈਸ਼ ਮਿਲਿਆ, ਪੁਲਿਸ ਨੇ ਇੱਕ ਰੇਡ ਕੀਤੀ ਸੀ ਇੱਕ ਬੰਦੇ ਤੋਂ, ਤੇ ਕਿੰਨਾ ਵੱਡਾ ਇਹ ਗੈਂਗ ਹੋਊਗਾ ਤੇ ਕਿੰਨੇ ਹੀ ਪ੍ਰਵਾਸੀਆਂ ਤੋਂ ਇਹਨਾਂ ਨੇ ਪੈਸੇ ਜਿਹੜੇ ਆ ਉਹ ਉਗਰਾਹੇ ਹੋਣਗੇ ਜੀ। ਅਗਲੀ ਖਬਰ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਵੱਖ-ਵੱਖ ਅੱਗਾਂ ਲੱਗੀਆਂ ਹੋਈਆਂ ਉਹਨਾਂ ਦੇ ਬਾਰੇ ਦੱਸਦੇ ਜਾਈਏ ਤੇ ਬ੍ਰਿਜ ਫਾਇਰ 54,600 ਏਕੜ ਅੱਗ ਦੀ ਭੇਂਟ ਚੜ ਗਈ ਹੈਗੀ ਆ। ਇਸ ਤੋਂ ਬਿਨਾਂ 3 ਮੇਜਰ ਫਾਇਰ ਜਿਹੜੀਆਂ ਬ੍ਰਿਜ ਫਾਇਰ, ਲਾਈਨ ਫਾਇਰ, 에ਅਰਪੋਰਟ ਫਾਇਰ, ਉਹਦੇ ਬਾਰੇ ਜੇ ਅਪਡੇਟ ਕਰਦੇ ਜਾਈਏ ਤੇ ਕੀ ਕੁਝ ਵਾਪਰਿਆ ਆ। ਫਾਇਰ ਫਾਈਟਰਸ ਤਿੰਨੇ ਅੱਗਾਂ ਨੂੰ ਬੜੇ ਜ਼ੋਰ ਦੇ ਨਾਲ ਬੁਝਾਉਣ ਦੇ ਵਿੱਚ ਲੱਗੇ ਹੋਏ ਹੈਗੇ ਆ। ਟ੍ਰਿਪਲ ਡਿਜਿਟ ਹੀਟ ਉਸ ਏਰੀਆ ਦੇ ਵਿੱਚ ਸੀਗੀ। ਪਿਛਲੇ ਹਫ਼ਤੇ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੋਣੀ ਸਦਰਨ ਕੈਲੀਫੋਰਨੀਆ ਦੇ ਵਿੱਚ ਵਿਜ਼ਿਟ ਕਰਨ ਵੀ ਗਏ ਆ। ਉਹਨਾਂ ਨੇ ਸਟੇਟ ਆਫ ਐਮਰਜੈਂਸੀ ਸੈਨ ਬਰਨਾਰਡੀਨੋ, ਲਾਸ ਐਂਜਲਸ, ਰਿਵਰਸਾਈਡ ਤੇ ਔਰੇਂਜ ਕਾਉਂਟੀ ਦੇ ਵਿੱਚ ਕਰ ਦਿੱਤੀ ਆ, ਡਿਕਲੇਅਰ ਕੀਤੀ ਹੋਈ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫਾਇਰ ਪਰਸਨਲ ਜੋ ਆ ਅੱਗ ਨੂੰ ਬੁਝਾਉਣ ਦੇ ਵਿੱਚ ਲੱਗੇ ਹੋਏ ਹੈਗੇ ਆ। ਬ੍ਰਿਜ ਫਾਇਰ ਦੇ ਨਾਲ ਹੁਣ ਤੱਕ 54,000 ਏਕੜ ਲਾਸ ਐਂਜਲਸ ਤੇ ਸੈਨ ਬਰਨਾਰਡੀਨੋ ਕਾਉਂਟੀਜ਼ ਦੇ ਵਿੱਚ ਸੜ ਕੇ ਸੁਆਹ ਹੋ ਚੁੱਕੇ ਹੈਗੇ ਆ। 2000 ਤੋਂ ਵੱਧ ਫਾਇਰ ਫਾਈਟਰਸ ਇਸ ਅੱਗ ਨੂੰ ਜਿਹੜੇ ਆ ਬੁਝਾਉਣ ਲੱਗੇ ਹੋਏ ਹੈਗੇ ਆ। ਲਾਸ ਐਂਜਲਸ ਦੇ ਲੋਕਲ ਨਿਊਜ਼ ਔਨ ਕ੍ਰਾਈਮ, ਐਂਟਰਟੇਨਮੈਂਟ, ਵੈਦਰ, ਸਕੂਲ ਸਾਰੇ ਇਹ ਦੱਸ ਰਹੇ ਆ ਕਿ ਕਈ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਆ। 11% ਬ੍ਰਿਜ ਫਾਇਰ ਸਿਰਫ ਕੰਟੇਨ ਹੋਈ ਆ। 54 ਸਟਰਕਚਰ ਸੜ ਕੇ ਸੁਆਹ ਹੋ ਚੁੱਕੀਆਂ ਆ। 13 ਜਿਹੜੀਆਂ ਆ ਉਹ ਪੂਰੀ ਤਰ੍ਹਾਂ ਡੈਮੇਜ ਹੋ ਚੁੱਕੀਆਂ ਹੈਗੀਆਂ। ਲਾਈਨ ਫਾਇਰ ਜੋ ਸੈਨ ਬਰਨਾਰਡੀਨੋ ਕਾਉਂਟੀ ਦੇ ਵਿੱਚ ਹੈਗੀ ਆ ਉਹਦੇ ਨਾਲ 39,026 ਏਕੜ ਸੜ ਕੇ ਸੁਆਹ ਹੋ ਗਏ ਆ। ਹੁਣ ਤੱਕ 42% ਜਿਹੜੀ ਕੰਟੇਨਡ ਆ। 3,000 ਤੋਂ ਵੱਧ ਫਾਇਰ ਫਾਈਟਰਸ ਉਸ ਨੂੰ ਜਿਹੜੇ ਫਾਈਟ ਕਰ ਰਹੇ ਹੈਗੇ ਆ। ਸਾਰੇ ਸਕੂਲ ਤੇ ਆਫਿਸਰ ਸੈਨ ਬਰਨਾਰਡੀਨੋ ਕਾਉਂਟੀ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਉਹ ਬੰਦ ਕੀਤੇ ਹੋਏ ਹੈਗੇ ਆ। ਇਸ ਤੋਂ ਬਿਨਾਂ ਜਿਹੜੀ 에ਅਰਪੋਰਟ ਫਾਇਰ ਹੈਗੀ ਆ ਉਸ ਨੇ 23,000 ਏਕੜ ਸੜ ਕੇ ਸੁਆਹ ਹੋ ਗਏ। ਉਹਦੇ ਨਾਲ 23,519 ਐਗਜ਼ੈਕਟਲੀ ਤੇ 31% ਕੰਟੇਨਡ ਹੈਗੀ ਆ। 2,000 ਤੋਂ ਵੱਧ ਫਾਇਰ ਫਾਈਟਰਸ ਉਸ ਨੂੰ ਫਾਈਟ ਕਰ ਰਹੇ। 160 ਸਟਰਕਚਰਸ ਆਲਰੇਡੀ ਜਿਹੜੀਆਂ ਅੱਗ ਦੀ ਭੇਂਟ ਚੜ ਗਈਆਂ ਆ ਤੇ 34 ਜਿਹੜੀਆਂ ਆ ਡੈਮੇਜ ਹੋਈਆਂ ਆ। 14 ਲੋਕਾਂ ਦੇ ਸੱਟਾਂ ਲੱਗੀਆਂ ਜਿਨ੍ਹਾਂ ਦੇ ਵਿੱਚ ਫਾਇਰ ਫਾਈਟਰ ਵੀ ਸੀਗੇ। ਇਸ ਤੋਂ ਬਿਨਾਂ ਇੱਕ ਹੋਰ ਅੱਗ ਇੱਕ ਕੈਲੀਫੋਰਨੀਆ ਦਾ ਬਹੁਤ ਵੱਡਾ ਜਿਹੜਾ ਬ੍ਰਿਜ ਹੈਗਾ ਆ, ਟਾਲੈਸਟ ਬ੍ਰਿਜ ਜਿਹੜਾ ਆ ਉਹਦੇ ਥੱਲੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈਗੀ। ਕੈਲੀਫਾਇਰ, ਨੇਵਾਡਾ, ਜੂਬਾ, ਪਲੇਸਰ ਕਾਉਂਟੀ ਦੇ ਯੂਨਿਟ ਨੇ ਦੱਸਿਆ ਕਿ ਸ਼ਨੀਚਰਵਾਰ ਸ਼ਾਮ ਨੂੰ ਕੁਝ ਹਾਈਕਰਸ ਜਿਹੜੇ ਆ ਉਹ ਦੌੜਦੇ ਦੇਖੇ ਗਏ। ਉਹਨਾਂ ਨੇ ਨਾਰਥ ਫੋਰਕ ਏਰੀਆ ਜੋ ਅਮਰੀਕਨ ਰਿਵਰ ਦਾ ਹੈਗਾ ਉੱਥੇ ਬ੍ਰਿਜ ਦੇ ਥੱਲੇ ਅੱਗ ਲਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਆ ਤੇ ਅੱਗ ਲੱਗ ਵੀ ਗਈ। ਬਾਅਦ ਦੇ ਵਿੱਚ ਜਿਹੜੇ ਫਾਇਰ ਫਾਈਟਰਸ ਆ ਉਸ ਅੱਗ ਨੂੰ ਬੁਝਾਉਣ ਦੇ ਵਿੱਚ ਕਾਮਯਾਬ ਹੋ ਗਏ। ਅਗਲੀ ਖਬਰ ਦੇ ਵੱਲ ਵਧੀਏ ਤੇ ਲੰਘੇ ਦਿਨੀ ਹਰਜੋਤ ਸਿੰਘ ਖਾਲਸਾ ਜੀ ਨੇ ਇੱਕ ਖਬਰ ਸਾਂਝੀ ਕੀਤੀ ਸੀ ਕੈਲੀਫੋਰਨੀਆ ਦੀ ਆਰਥਿਕਤਾ ਦੇ ਨਾਲ ਜੁੜੀ ਹੋਈ ਤੇ ਆਪਣੇ ਸਾਰਿਆਂ ਦੇ ਨਾਲ ਜੁੜੀ ਹੋਈ, ਜਿਹਦੇ ਵਿੱਚ ਉਹਨਾਂ ਨੇ ਬੜੀ ਡਿਟੇਲ ਦੇ ਨਾਲ ਇਸ ਗੱਲ ਦਾ ਜ਼ਿਕਰ ਕੀਤਾ ਸੀਗਾ ਕਿ ਕੈਲੀਫੋਰਨੀਆ ਦੇ ਜਿਹੜੇ ਨਿਵਾਸੀ ਨੇ ਉਹ ਮੁਲਕ ਭਰ ਦੇ ਵਿੱਚ ਪਹਿਲੇ ਨੰਬਰ ਤੇ ਨੇ ਜਿਹੜੇ ਕ੍ਰੈਡਿਟ ਕਾਰਡਾਂ ਦੇ ਉੱਤੇ ਉਹ ਕਰਜ਼ਾ ਲੈਂਦੇ ਨੇ ਡੈਬਿਟ ਦੇ ਮਾਮਲੇ ਦੇ ਵਿੱਚ। ਹੁਣ ਕੈਲੀਫੋਰਨੀਆ ਦੇ ਨਾਲ ਹੀ ਜੁੜੀ ਇੱਕ ਹੋਰ ਖਬਰ ਆਈ ਹੈ ਜਿਹੜੀ ਕਿ ਕੈਪਲਨ ਗਰੁੱਪ ਦੀ ਇੱਕ ਸਟੱਡੀ ਆ, ਉਹਦੇ ਵਿੱਚ ਦੱਸਿਆ ਗਿਆ ਕਿ ਜਿਹੜਾ ਕੈਲੀਫੋਰਨੀਆ ਇਹ ਇੱਕ ਅਜਿਹਾ ਸੂਬਾ ਬਣ ਚੁੱਕਾ ਜਿਹਦੇ ਵਿੱਚ ਸਟੂਡੈਂਟ ਲੋਨ ਆ ਜਿਹੜਾ ਉਹ ਸਭ ਤੋਂ ਜ਼ਿਆਦਾ ਕਰਜ਼ਾ ਸਟੂਡੈਂਟਸ ਨੇ ਲਿਆ ਹੋਇਆ। ਕਮਰਸ਼ੀਅਲ ਕਲੈਕਸ਼ਨ ਏਜੰਸੀ ਹੈ ਉਹਨਾਂ ਨੇ
ਜਿਹੜਾ 50 ਸਟੇਟਾਂ ਨੇ ਉਹਨਾਂ ਨੂੰ ਰੈਂਕ ਕੀਤਾ ਤੇ ਡਿਸਟ੍ਰਿਕਟ ਆਫ ਕੋਲੰਬੀਆ ਨੂੰ ਇਸ ਮਾਮਲੇ ਦੇ ਵਿੱਚ ਕਿ ਕਿਹੜੇ ਰਾਜ ਦੇ ਜਿਹੜੇ ਲੋਕ ਨੇ, ਕਿਹੜੇ ਖਿੱਤੇ ਦੇ, ਕਿਹੜੇ ਸੂਬੇ ਦੇ ਲੋਕ ਨੇ ਜਿਹੜੇ ਸਭ ਤੋਂ ਜ਼ਿਆਦਾ ਸਟੱਡੀ ਲੋਨ ਲੈਂਦੇ ਆ। ਉਹਨਾਂ ਦੇ ਵਿੱਚ ਜਿਹੜੀ ਐਜੂਕੇਸ਼ਨ ਡਾਟਾ ਇਨੀਸ਼ੀਏਟਿਵ ਆ ਉਹਦੀ ਸਟੱਡੀ ਇਹ ਗੱਲ ਕਹਿੰਦੀ ਹੈ ਕਿ ਕੈਲੀਫੋਰਨੀਆ ਜਿਹੜਾ ਉਹ ਇਸ ਟਾਈਮ ਰਾਜਾਂ ਦੇ ਮਾਮਲੇ ਦੇ ਵਿੱਚ ਸਭ ਤੋਂ ਉੱਪਰ ਹੈ। ਡਿਸਟ੍ਰਿਕਟ ਆਫ ਕੋਲੰਬੀਆ ਜਿਹੜਾ ਉਹਦੀ ਹਾਈਐਸਟ ਐਵਰੇਜ ਸੀਗੀ ਨੇਸ਼ਨ ਦੇ ਮਾਮਲੇ ਦੇ ਵਿੱਚ। ਉੱਥੋਂ ਦਾ ਇੱਕ ਸਟੂਡੈਂਟ ਪਰ ਸਟੂਡੈਂਟ ਜਿਹੜਾ ਸਟੱਡੀ ਲੋਨ ਸੀਗਾ ਉਹ ਤਕਰੀਬਨ $53,782 ਸੀਗਾ। ਦੂਜੀਆਂ ਸਟੇਟਾਂ ਦੇ ਮੁਕਾਬਲੇ ਕੈਲੀਫੋਰਨੀਆ ਜਿਹੜਾ ਉਹਦਾ ਜਿਹੜਾ ਸਟੂਡੈਂਟ ਲੋਨ ਆ ਉਹ ਲਾਰਜੈਸਟ ਆ, ਹਾਈਐਸਟ ਆ। ਇੱਕ ਜਿਹੜਾ 146.7 ਬਿਲੀਅਨ ਸਟੂਡੈਂਟਸ ਦੇ ਵਿੱਚੋਂ, ਇਹਦਾ ਮਤਲਬ ਇਹ ਹੈ ਕਿ ਜਿਹੜਾ ਤਕਰੀਬਨ ਜਿਹੜਾ ਇੱਕ ਸਟੂਡੈਂਟ ਪਰ ਸਟੂਡੈਂਟ ਜੇ ਆਪਾਂ ਗੱਲ ਕਰੀਏ ਇੱਕ ਵਿਦਿਆਰਥੀ ਦੇ ਪ੍ਰਤੀ ਫੀਸ ਦੇ ਨੂੰ ਢਾਲ ਗਏ ਤਾਂ ਤਕਰੀਬਨ ਹਰ ਇੱਕ ਨੇ $36,891 ਦਾ ਜਿਹੜਾ ਕਰਜ਼ਾ ਉਹ ਚੁੱਕਿਆ ਹੋਇਆ। ਹਾਲਾਂਕਿ ਸਾਰਿਆਂ ਨੇ ਨਹੀਂ ਚੁੱਕਿਆ ਹੋਇਆ। ਇਹਦੇ ਵਿੱਚ ਇਹ ਸਟੱਡੀ ਗੱਲ ਕਹਿੰਦੀ ਹੈ ਕਿ 2.9% ਤਕਰੀਬਨ 3% ਸਟੂਡੈਂਟ ਉਹ ਨੇ ਜਿਨ੍ਹਾਂ ਦਾ ਡੈਪ ਟਾਈਮ ਕੈਲੀਫੋਰਨੀਆ ਦੇ ਵਿੱਚ $2 ਲੱਖ ਤੋਂ ਪਾਰ ਆ। ਇਸੇ ਤਰ੍ਹਾਂ 3.9 ਮਿਲੀਅਨ ਜਿਹੜੇ ਸਟੂਡੈਂਟ ਨੇ, ਆਪਾਂ ਗੱਲ ਕੀਤੀ ਸੀ ਜਿਨ੍ਹਾਂ ਸਟੂਡੈਂਟਸ ਨੇ ਤਕਰੀਬਨ $146.7 ਬਿਲੀਅਨ ਦੀ ਰਕਮ ਚੱਕੀ ਹੋਈ ਆ। ਇਹਨਾਂ ਦੇ ਵਿੱਚੋਂ 3.9 ਮਿਲੀਅਨ ਸਟੂਡੈਂਟ ਅਜਿਹੇ ਨੇ ਜਿਨ੍ਹਾਂ ਨੇ ਇਹਦਾ 51% ਜਿਹੜਾ ਉਹ ਬੋਰੋ ਕੀਤਾ ਹੋਇਆ ਇਹ ਸਾਰੀ ਰਕਮ ਦੇ ਵਿੱਚੋਂ। ਕਈ ਫੈਕਟਰਸ ਨੇ ਜਿਨ੍ਹਾਂ ਦੇ ਮਾਮਲੇ ਦੇ ਵਿੱਚ ਇਹ ਕਿਹਾ ਜਾ ਸਕਦਾ ਕਿ ਸਟੂਡੈਂਟਸ ਨੂੰ ਜਦੋਂ ਕਰਜ਼ਾ ਚੁੱਕਣਾ ਪੈਂਦਾ। ਕੈਲੀਫੋਰਨੀਆ ਜਿਹੜੇ ਪ੍ਰੋਫੈਸਰ ਨੇ, ਇੱਕ ਡੈਰਿਕ ਸਟੀਮਲ, ਉਹ ਐਸੋਸੀਏਟ ਪ੍ਰੋਫੈਸਰ ਨੇ, ਅਰਥ ਸ਼ਾਸਤਰ ਦੇ ਨਾਲ ਸੰਬੰਧਿਤ ਨੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਵਿੱਚ, ਡੇਵਿਸ ਦੇ ਵਿੱਚ। ਇੱਕ ਸੈਕਰਾਮੈਂਟੋ ਬੀ ਅਦਾਰਾ, ਉਹਨਾਂ ਦੇ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਸੀਗਾ ਕਿ ਜਦੋਂ ਕਈ ਮਾਮਲਿਆਂ ਦੇ ਵਿੱਚ ਸਟੂਡੈਂਟਸ ਨੂੰ ਆਪਣੇ ਪੇਰੈਂਟਸ ਤੋਂ ਪੈਸਾ ਨਹੀਂ ਮਿਲਦਾ, ਉਹਨਾਂ ਨੇ ਕਾਲਜ ਦੀਆਂ ਫੀਸਾਂ ਤਾਰਨੀਆਂ ਹੁੰਦੀਆਂ ਤੇ ਉਹਨਾਂ ਕੋਲੇ ਕਰਜ਼ਾ ਚੁੱਕਣ ਤੋਂ ਇਲਾਵਾ ਹੋਰ ਕੋਈ ਚੁਆਇਸ ਨਹੀਂ ਹੁੰਦੀ। ਕੈਲੀਫੋਰਨੀਆ ਨੇ ਇਸ ਟਾਈਮ 146 ਬਿਲੀਅਨ, ਟੈਕਸਸ ਨੇ 125 ਬਿਲੀਅਨ, ਫਲੋਰੀਡਾ ਦੇ ਵਿੱਚ ਸਟੂਡੈਂਟਸ ਨੇ 103 ਬਿਲੀਅਨ, ਨਿਊਯਾਰਕ ਦੇ ਵਿੱਚ 93 ਬਿਲੀਅਨ ਤੇ ਜਾਰਜੀਆ ਦੇ ਵਿੱਚ ਇਸ ਟਾਈਮ ਸਟੂਡੈਂਟਸ ਨੇ 69 ਬਿਲੀਅਨ ਦਾ ਜਿਹੜਾ ਡਾਲਰ ਦਾ ਕਰਜ਼ਾ ਉਹ ਚੁੱਕਿਆ ਹੋਇਆ। ਨਾਰਥ ਡਕੋਟਾ ਦਾ ਲੋਐਸਟ ਸਟੂਡੈਂਟ ਲੋਨ ਆ ਜਿਹੜਾ ਕਿ ਐਵਰੇਜ ਪਰ ਸਟੂਡੈਂਟ 28,921 ਆ ਤੇ ਕੈਲੀਫੋਰਨੀਆ ਇਸ ਮਾਮਲੇ ਦੇ ਵਿੱਚ ਹਾਈਐਸਟ ਆ। ਇੱਥੇ ਪਰ ਸਟੂਡੈਂਟ ਜੇ ਢਾਲਿਆ ਜਾਵੇ ਸਟੂਡੈਂਟ ਲੋਨ ਨੂੰ ਜਿਹੜਾ ਕਿ 146.7 ਬਿਲੀਅਨ ਹੈ ਉਹ 36,891 ਬਣਦਾ। ਜੀ, ਅਗਲੀ ਗੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਇੱਕ ਬਿੱਲ ਪਿਛਲੇ ਦਿਨਾਂ ਦੇ ਵਿੱਚ ਪਾਸ ਹੋਇਆ ਸੀ ਜਿਹਦੇ ਮੁਤਾਬਕ ਜਿਹੜੇ ਸਟੋਵ ਹੈਗੇ ਆ, ਜਿਹੜੇ ਆਪਾਂ ਯੂਜ਼ ਕਰਦੇ ਹੈਗੇ ਆ, ਉਹਨਾਂ ਦੇ ਉੱਤੇ ਹੁਣ ਲੇਬਲ ਲਾਉਣਾ ਪਊਗਾ ਉਹਨਾਂ ਨੂੰ ਵੀ ਇਹ ਡੇਂਜਰਸ ਹੈਗੀ ਆ, ਜਿਸ ਤਰ੍ਹਾਂ ਟੋਬੈਕੋ ਪ੍ਰੋਡਕਟਸ ਦੇ ਉੱਤੇ ਲਾਇਆ ਜਾਂਦਾ, ਸਿਗਰਟ ਜਾਂ ਟੋਬੈਕੋ ਪ੍ਰੋਡਕਟਸ ਦੇ ਉੱਤੇ। ਇਹ ਜਿਹੜਾ ਬਿੱਲ ਪਾਸ ਹੋਇਆ ਅਗਸਤ ਦੇ ਐਂਡ ਦੇ ਵਿੱਚ ਹੋਇਆ ਸੀ। ਇਸ ਦੇ ਮੁਤਾਬਕ ਇਲੀਗਲ ਹੋਊਗਾ ਜੇ ਕੋਈ ਵੀ ਗੈਸ ਸਟੋਵ ਮੈਨੂਫੈਕਚਰਰ ਜਿਹੜਾ ਆ ਉਹ ਸੈੱਲ ਕਰੂਗਾ ਜਨਵਰੀ 1, 2025 ਤੋਂ ਬਾਅਦ, ਤੇ ਉਹਦੇ ਤੇ ਜੇ ਲੇਬਲ ਨਾ ਲੱਗਾ ਹੋਇਆ। ਸੋ ਤੁਹਾਨੂੰ ਇਹ ਦੱਸ ਜਾਈਏ, ਕੈਲੀਫੋਰਨੀਆ ਦੇ ਵਿੱਚ ਜਿਹੜੀ ਕੈਲੀਫੋਰਨੀਆ ਦੀ ਸਰਕਾਰ ਆ ਉਹ ਕੋਸ਼ਿਸ਼ ਕਰ ਰਹੀ ਆ ਜਿਹੜੀਆਂ ਗੈਸ ਵਾਲੀਆਂ ਚੀਜ਼ਾਂ ਆ ਉਹ ਨਾ ਵਰਤੀਆਂ ਜਾਣ ਜਿੱਥੋਂ ਗੈਸ ਆਉਂਦੀ ਹੈਗੀ ਆ। ਸੋ ਇਲੈਕਟ੍ਰਿਕ ਦੇ ਉੱਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ, ਜਦਕਿ ਇਲੈਕਟ੍ਰਿਕ ਬਿੱਲਾਂ ਨੇ ਲੋਕਾਂ ਦਾ ਜਿਹੜਾ ਧੂੰਆਂ ਕੱਢਿਆ ਹੋਇਆ ਹੈਗਾ। ਸੋ ਇਹ ਬਿੱਲ ਨੂੰ ਹਜੇ ਕੈਲੀਫੋਰਨੀਆ ਦੇ ਗਵਰਨਰ ਨੇ ਸਾਈਨ ਕਰਨਾ ਹੈਗਾ, ਪਰ ਮੋਸਟ ਪ੍ਰੋਬਬਲੀ ਬਹੁਤ ਸਾਰੇ ਲੋਕ ਇਹ ਸੋਚ ਰਹੇ ਆ ਵੀ ਉਹ ਇਸ ਬਿੱਲ ਨੂੰ ਸਾਈਨ ਕਰ ਦੇਣਗੇ। ਇਦਾਂ ਦਾ ਸੇਮ ਬਿੱਲ ਨਿਊਯਾਰਕ ਤੇ ਇਲੀਨੋਇ ਸਟੇਟ ਦੇ ਵਿੱਚ ਆਲਰੇਡੀ ਪਾਸ ਹੋ ਚੁੱਕਾ ਹੈਗਾ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਫ੍ਰੈਜ਼ਨੋ ਦਾ। ਫ੍ਰੈਜ਼ਨੋ ਦੇ ਵਿੱਚ ਜਿਹੜੀ ਹੋਮਲੈਸ ਇਨਕੈਂਪਮੈਂਟ ਬੈਨ ਸੀਗਾ ਉਹਨੂੰ ਹੁਣ ਅੱਗੇ ਪਾ ਦਿੱਤਾ ਗਿਆ। ਇਹ ਪਾਬੰਦੀ ਜਿਹੜੀ ਅੱਗੇ ਪਾ ਦਿੱਤੀ ਗਈ ਹੈ ਸਿਟੀ ਆਫ ਫ੍ਰੈਜ਼ਨੋ ਵੱਲੋਂ। ਸਤੰਬਰ 12 ਨੂੰ ਇਹਨੂੰ ਜਿਹੜਾ ਅਮਲ ਦੇ ਵਿੱਚ ਲਿਆਂਦਾ ਜਾਣਾ ਚਾਹੀਦਾ ਸੀਗਾ। ਫ੍ਰੈਜ਼ਨੋ ਸਿਟੀ ਕਾਉਂਸਲ ਮੈਂਬਰ ਨੇ ਗੈਰੀ ਬ੍ਰੈਡਫੀਲਡ ਤੇ ਉਹਨਾਂ ਨੇ ਕਿਹਾ ਕਿ ਮੇਅਰ ਜਿਹੜੇ ਜੈਰੀ ਡਾਇਰ ਨੇ ਉਹਨਾਂ ਨੇ ਇਹ ਗੱਲ ਦੱਸੀ ਹੈ ਕਿ ਕੁਝ ਦਿਨ ਦੇ ਦਿੱਤੇ ਗਏ ਨੇ, ਜਿਹੜੀ ਕਿ ਬੈਨ ਵਾਲੀ ਜਿਹੜੀ ਡੇਟ ਸੀਗੀ ਉਹਨੂੰ ਹੁਣ ਅੱਗੇ ਪਾ ਦਿੱਤਾ ਗਿਆ। ਦੱਸਿਆ ਗਿਆ ਹੈ ਕਿ ਫ੍ਰੈਜ਼ਨੋ ਦੇ ਵਿੱਚ ਡੈਜ਼ ਮਾਰਟਿਨ ਜਿਹੜੇ ਕਿ ਐਡਵੋਕੇਟ ਨੇ ਅਨਹਾਊਸਡ ਲੋਕਾਂ ਦੇ ਲਈ, ਉਹਨਾਂ ਨੇ ਇੱਕ ਰੈਲੀ ਜਿਹੜੀ ਆਰਗੇਨਾਈਜ਼ ਕੀਤੀ ਸੀ ਤੇ ਇਹਦੇ ਵਿੱਚ ਕਿਹਾ ਸੀਗਾ ਕਿ ਇਹ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਧੱਕਾ ਹੋ ਜੂ ਜਿਹੜੇ ਇਹ ਹੋਮਲੈਸ ਇਨਕੈਂਪਮੈਂਟ ਦੇ ਵਿੱਚ ਰਹਿੰਦੇ ਨੇ ਜਾਂ ਉਹਨਾਂ ਦੇ ਆਸਰੇ ਨਾਲ ਬੈਠੇ ਨੇ। ਪਰ ਦੂਜੇ ਪਾਸੇ ਜਿਹੜੀ ਫ੍ਰੈਜ਼ਨੋ ਸਿਟੀ ਕਾਉਂਸਲ ਆ ਉਹਨੇ ਇੱਕ ਪਾਸ ਕੀਤਾ ਸੀ ਟ੍ਰੈਸਪਾਸਿੰਗ ਆਰਡੀਨੈਂਸ, ਜਿਹਦਾ ਮਤਲਬ ਸੀਗਾ ਕਿ ਜਿਹੜੇ ਲੋਕ ਪ੍ਰਾਈਵੇਟ ਪ੍ਰਾਪਰਟੀ ਦੇ ਵਿੱਚ ਰਹਿ ਰਹੇ ਨੇ ਚਾਹੇ ਕਿਤੇ ਵੀ ਫ੍ਰੈਜ਼ਨੋ ਦੇ ਵਿੱਚ, ਤਾਂ ਉਹਨਾਂ ਨੂੰ ਉੱਥੋਂ ਰਿਮੂਵ ਕਰਨਾ ਸੀਗਾ। ਹੁਣ ਡੈਜ਼ ਮਾਰਟਿਨਸ ਦੀ ਇਸ ਰੈਲੀ ਕਰਕੇ ਕਹਿ ਲਓ ਜਾਂ ਉਸ ਮਾਮਲੇ ਕਰਕੇ ਜਿਹੜੀ ਇਹ
ਹੋਮਲੈਸ ਇਨਕੈਂਪਮੈਂਟ ਬੈਨ ਸੀਗਾ ਉਹਨੂੰ ਹੁਣ ਸਿਟੀ ਨੇ ਇਫੈਕਟ ਦੇ ਵਿੱਚ ਲਿਆਉਣ ਤੋਂ ਜਿਹੜਾ ਉਹ ਟਾਲਾ ਵਰ ਦਿੱਤਾ। ਸਤੰਬਰ 12 ਨੂੰ ਇਹਨੇ ਅਮਲ ਦੇ ਵਿੱਚ ਆ ਜਾਣਾ ਸੀਗਾ। ਸੋ ਦੱਸਿਆ ਜਾ ਰਿਹਾ ਕਿ ਵਾਇਲੇਟਰਸ ਨੂੰ $500 ਦਾ ਬੈਨ ਵੀ ਫਾਈਨ ਹੋ ਸਕਦਾ ਸੀਗਾ। ਤੇ ਇਹਦੇ ਨਾਲ ਜੇਕਰ ਤੁਸੀਂ ਕਿਸੇ ਵੀ ਮਾਮਲੇ ਦੇ ਵਿੱਚ ਕਿਸੇ ਪ੍ਰਾਈਵੇਟ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾ ਰਹੇ ਹੋ ਤੇ ਉਹਨੇ ਕਾਨੂੰਨ ਦਾ ਆਸਰਾ ਲਿਆ ਤਾਂ ਇਸ ਮਾਮਲੇ ਦੇ ਵਿੱਚ ਜੇਲ੍ਹ ਵੀ ਜਾਣਾ ਪੈ ਸਕਦਾ। ਸੋ ਜਿਹੜੇ ਸਮਾਲ ਬਿਜ਼ਨਸ ਓਨਰ ਸੀਗੇ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਜਿਹੜਾ ਉਹਦਾ ਵੈਲਕਮ ਕੀਤਾ ਸੀਗਾ, ਪਰ ਹੁਣ ਇਸ ਨੂੰ ਵੀਟੋ ਕਰ ਦਿੱਤਾ ਗਿਆ। ਆਰਡੀਨੈਂਸ ਕਹਿੰਦੇ ਹੁਣ ਫਿਰ ਇਫੈਕਟ ਦੇ ਵਿੱਚ ਸਤੰਬਰ 23 ਨੂੰ ਲਿਆਂਦਾ ਜਾਣਾ ਜੀ। ਜੀ, ਅਗਲੀ ਖਬਰ ਚਲੀਏ। ਐਮਾਜ਼ੋਨ ਜਿਹੜੀ ਕੰਪਨੀ ਆ ਉਹਨਾਂ ਦੇ ਜਿਹੜੇ CEO ਆ ਐਂਡੀ ਜੈਸੀ, ਉਹਨਾਂ ਨੇ ਅੱਜ ਅਨਾਉਂਸ ਕੀਤਾ ਆ ਵੀ 2 ਜਨਵਰੀ ਜਿਹੜਾ ਆਉਣ ਵਾਲਾ ਸਾਲ ਆ 2025 ਉਹ ਤੋਂ ਹਰ ਇੱਕ ਐਮਾਜ਼ੋਨ ਦੇ EMPLOYEE ਨੂੰ ਆਫਿਸ ਦੇ ਵਿੱਚ ਜਾ ਕੇ ਕੰਮ ਕਰਨਾ ਪਊਗਾ। ਨੋ ਮੋਰ ਵਰਕ ਫਰੋਮ ਹੋਮ। ਉਹਨਾਂ ਨੇ ਕਿਹਾ ਵੀ ਆਫਿਸ ਦੇ ਵਿੱਚ ਜਦੋਂ ਇਕੱਠੇ ਹੋ ਕੇ ਕੰਮ ਕਰਦੇ ਆ ਤੇ ਬਹੁਤ ਸਾਰੀ ਪ੍ਰੋਡਕਟਿਵ ਹੁੰਦਾ ਆ, ਬਹੁਤ ਸਾਰੇ ਇਨੋਵੇਸ਼ਨ ਹੁੰਦੀ ਆ, ਕੋਲੈਬੋਰੇਸ਼ਨ ਹੁੰਦੀ ਆ। ਸੋ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਕੁਇਟ ਕਰਨਾ ਵੀ ਸ਼ੁਰੂ ਕੀਤਾ ਸੀ। ਸਾਲ ਕੁ ਪਹਿਲਾਂ ਇੱਕ ਵੇਵ ਚੱਲੀ ਸੀ, ਪਰ ਹੁਣ ਜਿਸ ਹਿਸਾਬ ਦੇ ਨਾਲ ਜੌਬ ਮਾਰਕੀਟ ਬਹੁਤ ਸਲੋ ਹੋ ਰਹੀ ਆ, ਲੇ ਆਫ ਹੋ ਰਹੇ ਹੈਗੇ ਆ। ਸੋ ਹੁਣ ਐਮਾਜ਼ੋਨ ਪਹਿਲੀ ਕੰਪਨੀ ਹੋ ਗਈ ਆ ਜਿਨ੍ਹਾਂ ਦੇ ਸਾਰੇ EMPLOYEES ਨੂੰ, ਉਹ ਕਹਿੰਦੇ ਵੀ ਕਿਸੇ ਨੂੰ ਵੀ ਰਿਮੋਟ ਵਰਕ ਨਹੀਂ ਕਰਨ ਦਿੱਤਾ ਜਾਊਗਾ। ਸਾਰਿਆਂ ਨੂੰ ਹੁਣ 5 ਦਿਨ ਆਫਿਸ ਜਾ ਕੇ ਕੰਮ ਕਰਨਾ ਪਊਗਾ ਜਨਵਰੀ 2, 2025 ਤੋਂ। ਜੀ, ਅਗਲੀ ਖਬਰ ਦੇ ਵੱਲ ਵਧੀਏ। ਇੱਕ ਬੰਦੇ ਦੀ IIT ਦੇ ਉੱਤੇ ਵਾਸ਼ੇ ਕਾਉਂਟੀ ਦੇ ਇਲਾਕਿਆਂ ਦੇ ਵਿੱਚ ਮੌਤ ਹੋ ਗਈ ਆ। ਉਹਨੂੰ ਹਿੱਟ ਕੀਤਾ ਗਿਆ ਸੀ ਤੇ ਇਸ ਕਰਕੇ ਉਹਦੀ ਮੌਤ ਹੋ ਗਈ ਆ। ਮੰਡੇ ਦੇ ਜਿਹੜਾ ਲੰਘਿਆ ਦਿਨ ਉਦੋਂ ਤੇ ਉਹਦੀ ਜਿਹੜੀ ਪਛਾਣ ਆ ਉਹ ਕਰ ਲਈ ਗਈ ਆ। ਉਹ ਫ੍ਰੈਜ਼ਨੋ ਦਾ ਰਹਿਣ ਵਾਲਾ ਮਾਈਕਲ ਫੈਲਿਕਸ ਆ, ਜਿਹੜਾ ਕਿ 23 ਸਾਲ ਦਾ ਦੱਸਿਆ ਗਿਆ। ਨੇਵਾਡਾ ਸਟੇਟ ਪੁਲਿਸ ਹਾਈਵੇ ਪੈਟਰੋਲ ਡਿਵੀਜ਼ਨ ਨੇ ਜਿਹੜਾ ਇਸ ਐਕਸੀਡੈਂਟ ਨੂੰ, ਇਸ ਦੁਰਘਟਨਾ ਨੂੰ ਰਿਪੋਰਟ ਕੀਤਾ ਸੀਗਾ ਤੇ IIT ਦੇ ਉੱਤੇ ਜਿਹੜਾ ਇਹ ਹਾਦਸਾ ਉਹ ਵਾਪਰ ਗਿਆ ਸੀਗਾ। ਉਸ ਤੋਂ ਬਾਅਦ ਆਫੀਸਰਸ ਦਾ ਕਹਿਣਾ ਹੈ ਕਿ ਜਿਹੜਾ ਇਹ ਮਾਈਕਲ ਫੈਲਿਕਸ ਆ ਉਹ ਵਾਕ ਕਰ ਰਿਹਾ ਸੀ, ਚੱਲ ਰਿਹਾ ਸੀ ਇਸ ਹਾਈਵੇ ਦੇ ਉੱਤੇ, ਤਾਂ ਉਸ ਤੋਂ ਬਾਅਦ ਉਹਨੂੰ ਹਿੱਟ ਕੀਤਾ ਗਿਆ ਇੱਕ ਕਾਰ ਦੇ ਵੱਲੋਂ ਤੇ ਇਸੇ ਕਰਕੇ ਉਹਨੂੰ ਜਿਹੜਾ ਮੌਤ ਹੋ ਗਈ। ਤੇ ਉਸ ਤੋਂ ਬਾਅਦ ਦੱਸਿਆ ਗਿਆ ਸੀਗਾ ਕਿ ਫਲੈਕਸ ਜਿਹੜਾ ਉਹਨੂੰ ਮੌਕੇ ਤੇ ਜਿਹੜਾ ਮ੍ਰਿਤਕ ਆ ਉਹ ਐਲਾਨ ਦਿੱਤਾ ਗਿਆ ਸੀਗਾ। ਕਾਫੀ ਜਦੋਜਹਿਦ ਤੋਂ ਬਾਅਦ ਇਹਦੀ ਪਛਾਣ ਹੋਈ ਆ। ਇਹ ਨੇਵਾੜਾ ਦੇ ਵਿੱਚ ਜਿਹੜਾ ਨੇਵਾੜਾ ਸਟੇਟ ਪੁਲਿਸ ਹਾਈਵੇ ਪੈਟਰੋਲ ਨੇ ਦੱਸਿਆ ਕਿ ਕਾਫੀ ਸਾਨੂੰ ਜਦੋਜਹਿਦ ਕਰਨੀ ਪਈ ਇਸ ਬੰਦੇ ਦੀ ਸ਼ਨਾਖਤ ਕਰਨ ਵਾਸਤੇ। ਹੁਣ ਇਹਦੀ ਸ਼ਨਾਖਤ ਹੋ ਚੁੱਕੀ ਹੈ। 23 ਸਾਲਾ ਮਾਈਕਲ ਫੈਲਿਕਸ ਫ੍ਰੈਜ਼ਨੋ ਨਿਵਾਸੀ ਦੇ, ਫ੍ਰੈਜ਼ਨੋ ਦੇ ਰਹਿਣ ਵਾਲੇ ਦੇ ਰੂਪ ਦੇ ਵਿੱਚ। ਜੀ, ਤੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਹਾਂ ਤੇ ਤੁਸੀਂ ਕਰੰਸੀ ਦੀ ਗੱਲ ਕਰਦੇ ਜਾਇਓ। ਤੇ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਤੇ ਡਾਓ ਜੋਨ ਇੰਡਸਟਰੀਅਲ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਰੈਕੋਰਡ ਬਣਾਉਣ ਜਾ ਰਿਹਾ ਹੈਗਾ। ਫੈਡ ਦੀ ਮੀਟਿੰਗ ਹੋਣੀ ਆ, ਹੁਣ ਦੇਖਦੇ ਆ ਕਿੰਨਾ ਕੁ ਇੰਟਰਸਟ ਰੇਟ ਉਹ ਡਾਊਨ ਕਰਦੇ ਆ। S&P ਇੰਡੈਕਸ ਦੀ ਜੇ ਗੱਲ ਕਰਦੇ ਜਾਈਏ ਉਹ 0.13% ਇਨਕਰੀਜ਼ ਹੋਇਆ ਹੈਗਾ ਤੇ ਕਲੋਜ਼ ਹੋਇਆ 5633.09 ਦੇ ਉੱਤੇ। ਤੇ ਡਾਓ ਜੋਨ ਇੰਡਸਟਰੀਅਲ 228.30 ਇਨਕਰੀਜ਼ ਹੋਇਆ ਹੈਗਾ, ਜਾਨੀ ਕਿ 0.55%, ਕਲੋਜ਼ ਹੋਇਆ 41,622.08 ਦੇ ਉੱਤੇ। ਤੇ ਟੈਕਸ ਹੈਵੀ ਜਿਹੜਾ ਨੈਸਡੈਕ ਆ ਉਹ ਥੋੜਾ ਡਾਊਨ ਗਿਆ 0.52%, ਕਲੋਜ਼ ਹੋਇਆ 17,592.13 ਦੇ ਉੱਤੇ। ਐਪਲ ਦੇ ਸ਼ੇਅਰ ਜਿਹੜੇ ਆ 2.8% ਡਾਊਨ ਗਏ ਹੈਗੇ ਆ। ਬੈਂਕ ਆਫ ਅਮਰੀਕਾ, JP Morgan ਇਹਨਾਂ ਦੇ ਜਿਹੜੇ ਸਟਾਕ ਆ ਉਹ ਵੀ ਡਾਊਨ ਗਏ ਹੈਗੇ ਜੀ। ਤੇ ਜੇਕਰ ਆਪਾਂ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ $1 ਦੀ ਕੀਮਤ ਕੈਨੇਡਾ ਦਾ $1.36 ਦੇ ਬਰਾਬਰ, ਇੰਡੀਆ ਦੇ $83.99 ਦੇ ਬਰਾਬਰ ਤੇ ਪਾਕਿਸਤਾਨ ਦੇ $278.20 ਦੇ ਬਰਾਬਰ ਅੱਜ ਇੱਕ $1 ਦੀ ਕੀਮਤ ਰਹੀ ਹੈ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।